ਚਿਹਰੇ ਦੀ ਚਿੰਤਾ ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਦੇ ਚ ਜੀ ਰਿਹਾ ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ। ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦੇ ਚ ਚਿੰਤਾ ਹੈ ਹੀ ਨਹੀਂ। ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ। ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ। ਦਰਅਸਲ ਇੱਕ ਹਾਲਤ ਹੈ। ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ, ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ रो रहा है सो रो रहेगा। सकूने कल्ब से खुदा खुदा कर, जो कुछ के होना है सो हो रहेगा। तू अपना सकूने कल्ब नाश ना कर। जो कुछ होना है वो तेरे कीतियां टलना नहीं, रुकना नहीं। हाँ, तू इतना ही कर सकता है कि जो कुछ होना है इनू खिड़े मत्थे तस्लीम कर ले। जो कुछ होना है इनू खिड़े मत्थे प्रवान कर ले। जो कुछ होना है ਉਹਨੂੰ ਆਪਣੀ ਝੋਲੀ ਦੇ ਚ ਪਾ ਲੈ। ਤੋ ਰਵਿਦਾਸ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਚਿੰਤਾ ਨਹੀਂ ਹੈ, ਨਾ ਤਸ਼ਵੀਸ਼, ਖਿਰਾਜ ਨਾ ਮਾਲ। ਖਿਰਾਜ ਟੈਕਸ। ਦੁਨੀਆ ਦੇ ਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤੋ ਟੈਕਸ ਵੀ ਵੱਧਦਾ ਹੈ। ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ ਨੇ, ਖਿਰਾਜ ਵੀ ਦੇਣਾ ਪੈਂਦਾ ਹੈ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ ਹੈ, ਪਰਮ ਆਨੰਦ ਵੱਧਦਾ ਜਾ ਰਿਹਾ ਹੈ, ਪਰ ਮੇਰੇ ਤੇ ਕੋਈ ਟੈਕਸ ਨਹੀਂ, ਮੇਰੇ ਤੇ ਕੋਈ ਖਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆ 'ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵਧੇਗਾ, ਖਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼, ਖਰਾਜ ਨਾ ਮਾਲ। ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ? ਮਾਲ ਐਸਾ ਹੈ, ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਦਇਆ, ਸ਼ੀਲ, ਸੰਜਮ ਬਾਜ਼ਾਰ ਦੇ ਚੋਂ ਨਹੀਂ ਮਿਲੇਗਾ। ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਦੇ ਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ ਜੋ ਦੁਨੀਆ ਦੇ ਬਾਜ਼ਾਰ ਦੇ ਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਐ ਕਬੀਰ ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ, ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ ਕਿ ਐਸਾ ਬੈਰੂਨੀ ਦੁਨੀਆ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਨਹੀਂ ਪਟਣ ਨਹੀਂ ਪਾਰਖੋ, ਨਹੀਂ ਗਾਹਕ ਨਹੀਂ ਮੋਲ। ਕੋਈ ਪਟਣ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ। ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ, ਇਸ ਦੈਵੀ ਗੁਣਾਂ ਦੀ ਗਠੜੀ ਨੂੰ ਮੈਂ ਦੁਨੀਆ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ, ਜੈਸੇ ਕੋਈ ਹੀਰਿਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ, ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ ਹੈ, ਕੋਈ ਹੀਰੇ, ਲਾਲ ਪੰਨੇ, ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ, ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਏਮਾਨ ਤੇ ਨਹੀਂ, ਲੇਕਿਨ ਕਬੀਰ ਕਹਿੰਦੇ ਨੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ ਹੈ, ਜੋ ਬਾਜ਼ਾਰ ਹੀ ਪੱਥਰਾਂ ਦਾ ਹੈ, ਜੋ ਬਾਜ਼ਾਰ ਹੀ ਲੋਹੇ ਦਾ ਹੈ। ਮਜਬੂਰੀ ਹੈ ਕਿ ਜਿਹੜੇ ਹੀਰੇ ਮੇਰੇ ਕੋਲ ਨੇ ਇਹਨਾਂ ਦਾ ਕੋਈ ਬਾਜ਼ਾਰ ਹੀ ਨਹੀਂ ਹੈ। ਦਰਅਸਲ ਦੁਨੀਆ ਦੇ ਕਿਸੇ ਬਾਜ਼ਾਰ ਦੇ ਵਿੱਚ ਵੀ ਚਲੇ ਜਾਈਏ, ਸਬਰ ਕਿੱਥੋਂ ਮੰਗੀਏ, ਸੰਤੋਖ ਕਿੱਥੋਂ ਮੰਗੀਏ, ਕਿਹੜੀ ਦੁਕਾਨ ਤੋਂ ਮੰਗੀਏ, ਸ਼ੀਲ, ਸੰਜਮ, ਦਇਆ
किस दुकान तो मंगीए, ये दैवी गुणा दी दौलत, इस दे कोई बाजार नहीं ने। नहीं पठण नहीं पारखो। आम बाजार दे च भगत कबीर कहंदे जे मैं बैठ भी जावां तो वाकई ये रब दीयां महान गल्लां आम बाजार विच ही कहणीਆਂ ਪੈਂਦੀਆਂ, आम दुनियादारां दे सामने ही रखणीਆਂ ਪੈਂਦੀਆਂ ने, जिथे वाकई ऐसा देखण दे चाया है कोई पारखू ही नहीं आउंदा। क्योंकि कोलियां दी मंडी दे ते कोलियां दे पारखू आणगे, पत्थरां दी मार्केट दे च पत्थरां दे जानकार आणगे, ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਣਗੇ। ਇਹ ਕਿਹੜੀ ਲੱਕੜ ਹੈ, ਚੰਗੀ ਹੈ, ਮਾੜੀ ਹੈ, ਇਮਾਰਤੀ ਹੈ, ਜਲਾਊ ਹੈ। ਲੱਕੜਾਂ ਦੇ ਹੀ ਖਰੀਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ, ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਾਰ ਆਉਣਗੇ। ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ। ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ। ਅਕਸਰ ਭਗਤ ਲੋਕਾਂ ਨੇ ਪ੍ਰਭੂ ਦੇ ਗੀਤ ਉਹਨਾਂ ਲੋਕਾਂ ਨੂੰ ਸੁਣਾਏ ਨੇ ਜੋ ਪ੍ਰਭੂ ਦੇ ਗੀਤ ਨਾ ਸੁਣਨਾ ਚਾਹੁੰਦੇ ਸਨ ਤੇ ਨਾ ਹੀ ਉਹਨਾਂ ਦੀ ਸੂਝ ਤੇ ਸਮਝ ਸੀ। ਇਹੀ ਕਾਰਨ ਹੈ ਕਿ ਭਗਤ ਜੋ ਕਹਿੰਦੇ ਰਹੇ ਸੰਸਾਰ ਦਾ ਉਹਨਾਂ ਬੋਲਾਂ ਨਾਲ ਤਾਲਮੇਲ ਨਹੀਂ ਬੈਠਦਾ ਰਿਹਾ, ਸੰਸਾਰ ਵਿਰੋਧਤਾ ਕਰਦਾ ਰਿਹਾ। तो भगत जी कहते ने कोई पारखू ही नहीं है। मैं बैठा, लोकी कोले खरीदते पे ने, इट्टां खरीदते पे ने, पत्थर खरीद रहे ने, लोहा खरीद रहे ने, लकड़ा खरीद रहे ने, ते मैं पोटली खोल के बैठा, मेरी तरफ कोई आउंदा ही नहीं, कोई खरीदार ही नहीं, कोई पारखू नहीं। नहीं पटन नहीं पारखू नहीं गाहक, फिर कोई खरीदार ही नहीं, गाहक ही नहीं है। जो चीज मेरे कोल है इसका कोई खरीदार ही नहीं है। देखण दे चाया है एक राजनीतिक दे पिछे जितनी भीड़ चल पैंदी है, एक धनवान दे आले जितनी दुनिया मंडलाउंदी है, अध्यात्म दर्शी दी जीवदियां जी करीबन करीबन संसार ने विरोधता ही कीती है। उहदे बोलां नाल उहदी जिंदगी नाल जगत सहमत नहीं होया। तो श्री कबीर कहंदे ने कोई ग्राहक ही नहीं है। ते जे मबा दा इस बहुती भीड़ दे च जो कोलियां दे ग्राहक ने, लोहे दे ग्राहक ने, किधरे एक कद इस हीरे दा ग्राहक आ भी जाए, पारखू आ भी जाए, तो नहीं मोल ओ मुल देण नूं तैयार नहीं, ओ मुल नहीं उतारदा। समझते है ये हीरा है, परखते है उसनूं, और वो खरीदार भी है लेकिन मुल नहीं देना चाहता। इत्थे सवाल पैदा हुंदा है मुल की है। कंचन स्यों पाइए नहीं तोल, मन दे राम लिया है मोल। मन ही उसदा मुल है। अपना मन भेंट करिए ते राम नाम दा हीरा प्राप्त करिए, पर ਇਹ ਮੁੱਲ ਦੇਣ ਨੂੰ ਕੋਈ ਤਿਆਰ ਹੀ ਨਹੀਂ। ਇਸ ਵਾਸਤੇ ਖਰੀਦਾਰ ਹੁੰਦਿਆਂ ਹੋਇਆਂ ਵੀ, ਪਾਰਖੂ ਹੁੰਦਿਆਂ ਹੋਇਆਂ ਵੀ, ਸੂਝ ਸਮਝ ਰੱਖਦਿਆਂ ਹੋਇਆਂ ਵੀ ਕਈ ਮਨੁੱਖ ਇਸ ਮਹਾਨ ਹੀਰਿਆਂ ਤੋਂ ਵਾਂਝੇ ਰਹਿ ਜਾਂਦੇ ਨੇ, ਕਿਉਂਕਿ ਮੁੱਲ ਨਹੀਂ ਉਤਾਰਦੇ, ਮੁੱਲ ਜੋ ਹੈ ਨਹੀਂ ਦੇਣਾ ਚਾਹੁੰਦੇ। ਤੋ ਆਮ ਇਹਨਾਂ ਬ੍ਰਹਮ ਗਿਆਨੀਆਂ ਨੂੰ, ਭਗਤ ਲੋਕਾਂ ਨੂੰ ਇਹ ਆਪਣੇ ਬੋਲ ਐਨ ਸੰਸਾਰੀ ਮਨੁੱਖਾਂ ਦੇ ਸਾਹਮਣੇ ਰੱਖਣੇ ਪਏ। श्री रविदास जी महाराज कहते ना तशवीश खिराज ना माल, माल मेरा वधदा जा रहा है, धन पदार्थ मेरा वधदा जा रहा है, पर इसते मैनू कोई खराज नहीं देना पैंदा, इसते मैनू कोई टैक्स नहीं देना पैंदा। खौफ ना खता ना तरस जवाल। फिर जिस शहर दे च मैं रहना उत्थे किसी प्रकार का कोई खौफ नहीं, डर नहीं। अज ते असीं देखदे हां कि जंगलां दे च खौफ खत्म होंदा जा रहा है, शहरां दे च खौफ वधदा जा रहा है। जंगलां दे च जंगली जानवर घटदे जा रहे ने, शहरां दे च जंगली जानवर वधदे जा रहे हैं। चार पैरां वाले चौपाए जानवर जंगलां दे च घटदे जा रहे ने, दो पैरां वाले जानवर वधदे जा रहे ने। ते अजोके युग दे च चार पैरां वाले जानवरां दा इतना खतरा नहीं रहा, दो पैरां वाले जानवर का खतरा वध गया। प्राचीन समय दे चौपायां का खतरा सी, और उन्हां तो बचाव दे ही सारे उपराले करने पैंदे सन, साधन जुटाने पैंदे सन। सारी सारी रात अग बाल के रखनी पैंदी सी, कोई शेर ना आ जाए, कोई चीता हमला आवर ना हो जाए, या फिर सप्पां तो बचण दे उपराले करने पैंदे सन, हाथियां तो बचण दे उपराले